बिस्मिल्लाहिर्रहमानिर्रहीम। अस्सलाम वालेकुम दोस्तों, मेरा नाम अदनान खान है तो मैं अज मौजूद हाँ ज़िला सरगोदा तहसील सहीवाल। अज असी आए हैं, मेरे एक दोस्त ने बहुत अच्छे वो फिश फार्मिंग का कारोबार करते हैं। फिश फार्मिंग के कारोबार तो तकरीबन बचपन तो इस कारोबार के नाल मुंसलिक ने तो अज असी उन्हां नाल गुफ्तगू करांगे, उन्हां कोल पुछांगे, उन्हां कोल सवाल जवाब करांगे। तो आसिफ भाई जी अस्सलाम वालेकुम। वालेकुम सलाम। आसिफ भाई क्या हाल है? खैरियत है जनाब, ठीक ठीक है। ठाक। आसिफ भाई कितने अरसे तो इस कारोबार इस फिश फार्मिंग के शोबे नाल कितने अरसे तो तुसीं मुंसलिक? ये मैंने जड़ा है ना भाई जी तकरीबन हो गए 12-13 साल फिश फार्मिंग ठीक आप करदा मैं। तो ये कितने एरिए ते तुसीं ये फिश फार्मिंग की? मेरे को तकरीबन रकबा जड़ा है ना 28 एकड़ है। 28 एकड़ रकबा ਹਾਂਜੀ। ਤੁਹਾਡੇ ਕੋਲ। अच्छा आसिफ भाई तुसीं एक एकड़ ਦੇ ਵਿੱਚ ਕਿੰਨੀ ਮਛਲੀ ਤੁਸੀਂ ਪਾਉਂਦੇ ਹੋ? 1 एकड़ ਦੇ ਵਿੱਚ 800 ਦਾਣਾ ਅਸੀਂ ਛੱਡਦੇ ਹਾਂ ਤੇ ਅੱਛਾ। 100 ਤਕਰੀਬਨ ਮਰ ਜਾਂਦਾ ਹੈ। 800 ਦਾਣੇ ਚੋਂ 100 ਦਾਣਾ ਜਿਹੜਾ ਹੈ 100 ਉਹ ਮਰ ਦਾਣਾ ਜਾਂਦਾ। ਅਸੀਂ ਯਾਨੀ ਕਿ ਮਾਰ ਬੈਠਦੇ ਹਾਂ ਅੱਛਾ ਤੇ ਬਕਾਇਆ 600-700 ਦਾਣਾ ਬਚਦਾ 1 ਏਕੜ ਵਿੱਚ। ਠੀਕ ਹੈ। ਤੇ ਇਹ ਕਿਹੜੀ ਨਸਲ ਜਿਹੜੀ ਹੈ ਉਹ ਤੁਸੀਂ ਇਹਦੇ ਵਾਸਤੇ ਇਸਤੇਮਾਲ ਕਰਦੇ ਹੋ? ਅਸੀਂ ਜ਼ਿਆਦਾ ਜਿਹੜਾ ਪੈਂਦੇ ਆ ਇਹਦੇ ਵਿੱਚ ਰਹੁ ਠੀਕ ਹੈ। ਥੈਲਾ ਮਛਲੀ ਹੁੰਦੀ ਹੈ ਤੇ सिल्वर गुलफाम ठीक। करने 500 रोड पाने ठीक है। ते 300 थैला। तो इसका बच्चा तुसी कित्थों लैंदे हो? ਇਹਦਾ ਬੱਚਾ ਅਸੀਂ ਆਪ ਕਰਦੇ ਹਾਂ। आप इसकी अफजाइश कर ਜੀ दे। ਜੀ ठीक है। ਤੇ ਇਸ ਤੋਂ ਇਲਾਵਾ ਇਸ ਦੀ ਜਿਹੜੀ ਖੁਰਾਕ ਹੁੰਦੀ ਹੈ ਜੀ ਜੀ ਉਸ ਦਾ ਮਤਲਬ ਉਹ ਤੁਸੀਂ ਥੋੜਾ ਜਿਹਾ ਲੋਕਾਂ ਨੂੰ ਦੱਸੋ ਕਿ ਕਿਤਨੇ ਏਕੜ ਵਿੱਚ ਕਿੰਨੀ ਖੁਰਾਕ ਪਾਣੀ ਚਾਹੀਦੀ ਹੈ ਤੇ ਇਹ ਸਾਰੀ ਥੋੜੀ ਜਿਹੀ ਅਸੀਂ ਜ਼ਿਆਦਾਤਰ ਪੈਂਦੇ ਹਾਂ ਰਾਈਸ ਪਾਲਿਸ਼। ਰਾਈਸ ਪਾਲਿਸ਼। ਉਹਦਾ ਤਕਰੀਬਨ 50 ਕਿਲੋ ਦਾ ਇੱਕ ਗੱਟੂ ਹੁੰਦਾ ਹੈ ਜੀ ਤੇ ਉਹ ਤਕਰੀਬਨ 5 ਕਿਲੋ ਮੈਂ ਇੱਕ ਗੱਟੂ ਸਵੇਰ ਤੇ ਇੱਕ ਸ਼ਾਮੀ ਠੀਕ ਹੈ। ਪੈਂਦੇ ਆ ਇਹਦੇ 'ਚ ਤੇ ਇਤਨੇ ਹੀ ਪਾਣੀ ਚਾਹੀਦੀ। ਠੀਕ ਹੈ। ਜ਼ਿਆਦਾ ਨਾਲ ਮਛਲੀ ਜਿਹੜਾ ਆਣਾ ਤੇ ਇਹ ਕਿੰਨਾ ਟਾਈਮ ਤੁਸੀਂ ਇਹ ਖੁਰਾਕ ਪਾਉਂਦੇ ਹੋ? ਇਹ ਤਕਰੀਬਨ 6-7 ਮਹੀਨੇ। मतलब दिन ਵਿੱਚ ਕਿੰਨੀ ਦਫਾ ਤੁਸੀਂ ਇਹ ਖੁਰਾਕ? ਦਿਨ 'ਚ 2 ਦਫਾ, दो दफा ਸਵੇਰ ਸ਼ਾਮ। सुबह शाम। ठीक है। एक कोई खास टाइम होता है या किसी भी टाइम ਤੁਸੀਂ नहीं सुबह नहीं या ये खास शाम? टाइम है सुबह दिन निकलन तो पहले, अच्छा उस तो बाद शाम मगरब तो बाद। शाम ਨੂੰ ਮਗਰਿਬ ਤੋਂ ਬਾਅਦ। ਤੇ ਕੋਈ ਇhtiyati ਤਦਬੀਰ ਕੇ ਮਤਲਬ ਕਿਹੜੀ ਇhtiyat ਕਰਨੀ ਚਾਹੀਦੀ ਜਿਹਦੀ ਵਜ੍ਹਾ ਤੋਂ ਮਛਲੀ ਜਿਹੜੀ ਆ ਉਹ ਮਰੇ ਨਹੀਂ ਜਾਂ ਉਹ ਪਾਣੀ ਦਾ ਥੋੜੇ ਪਾਣੀ ਦੇ ਬਾਰੇ ਮਾਲੂਮਾਤ पानी ਦੱਸੋ। ਜਦੋਂ ਮਛਲੀ ਵਾਸਤੇ ਗਹਿਰਾ ਹੋ ਜਾਂਦਾ ਹੈ ਨਾ ਜੀ ਬਾਅਦ ਪਾਣੀ ਤਾਜ਼ਾ ਪਾਣਾ ਪੈਂਦਾ ਹੈ ਵਿੱਚ। ठीक है। ਤੇ ਕਿੰਨੇ ਅਰਸੇ ਬਾਅਦ ਪਾਣੀ ਤਬਦੀਲ ਕਰਨਾ ਪੈਂਦਾ ਹੈ? ਪਾਣੀ ਤਾਂ ਤਬਦੀਲ ਤਕਰੀਬਨ 1.5 ਸਾਲ ਬਾਅਦ। 1.5 ਸਾਲ ਬਾਅਦ ਜੀ, ਤਬਦੀਲ ਕਰਦੇ। ਠੀਕ ਹੈ। ਤੇ ਇਹ ਜਿਹੜਾ ਫਾਰਮ ਤੁਸੀਂ ਬਣਾਇਆ ਹੈ ਇਹਦੀ ਗਹਿਰਾਈ ਕਿੰਨੀ ਹੈ? ਇਹਦੀ ਗਹਿਰਾਈ ਹੈ 4-4.5 ਫੁੱਟ। ਤੇ ਇਸ ਤੋਂ ਜ਼ਿਆਦਾ ਗਹਿਰਾ ਵੀ ਕਰ ਸਕਦੇ ਹਾਂ ਜਾਂ ਜਿੰਨਾ ਮਰਜ਼ੀ ਗਹਿਰਾ ਕਰ ਸਕਦੇ ਹੋ ਤੁਸੀਂ। ਬਾਅਦ ਹੈ। ਪਾਣੀ ਕੱਢਣ ਵਾਸਤੇ ਮੁਸ਼ਕਲ ਹੁੰਦਾ ਹੈ, ਇਤਨਾ ਪਾਣੀ ਠੀਕ ਹੁੰਦਾ ਆਰਾਮ ਨਾਲ ਬੰਦਾ ਕੱਢ मतलब ਲੈਂਦਾ। कि 4-4.5 ਫੁੱਟ ਇਹ ਗਹਿਰਾਈ ਜਿਹੜੀ ਹੈ ਇਹਦੇ ਵਿੱਚ ਪਾਣੀ ਕੱਢਣੇ 'ਚ ਆਸਾਨੀ ਹੁੰਦੀ ਹੈ। ਆਸਾਨੀ ਤੇ ਇਹਨੂੰ ਭਰਨ 'ਚ ਹੀ ਆਸਾਨੀ ਭਰਨ ਹੁੰਦੀ ਚ ਆਸਾਨੀ। ਹੈ। ਠੀਕ ਹੋ ਗਿਆ। ਤੇ ਉਸ ਤੋਂ ਇਲਾਵਾ ਮਤਲਬ ਕਿ ਉਹ ਤੁਸੀਂ ਇਹ ਦੱਸ ਦਿਓ ਕਿ ਮੱਛਲੀ ਜਿਹੜੀ ਹੈ ਮਤਲਬ ਉਹ ਕਿਸ ਤਰ੍ਹਾਂ ਤੁਸੀਂ ਅੰਦਾਜ਼ਾ ਲਾਉਂਦੇ ਹੋ ਕਿ ਮੱਛਲੀ ਠੀਕ ਹੈ ਜਾਂ ਖਰਾਬ ਹੈ? ਮਤਲਬ ਇਹ ਕੁਝ ਜਿਸ ਤਰ੍ਹਾਂ ਮੁਰਗੀ ਦੇ ਕਾਰੋਬਾਰ ਵਿੱਚ ਜੀ। ਮੁਰਗੀ ਦੀ ਫਾਰਮਿੰਗ ਵਿੱਚ ਉਹ ਉਹਨਾਂ ਨੂੰ ਬਿਮਾਰੀ ਆ ਜਾਂਦੀ ਹੈ। ਮਛਲੀ ਦਾ ਪਤਾ ਲੱਗ ਜਾਂਦਾ ਹੈ ਜੀ ਸੁਬਹ ਦਿਨ ਨਿਕਲਣ ਤੋਂ ਪਹਿਲੇ ਪਤਾ ਲੱਗ ਜਾਂਦਾ ਹੈ, ਪਾਣੀ ਦੱਸ ਦਿੰਦਾ ਹੈ ਮਛਲੀ ਉੱਤੇ ਆਂਦੀ ਹੈ, ਮਛਲੀ ਉੱਤੇ ਆ ਕੇ ਆਕਸੀਜਨ ਲੈਂਦੀ ਹੈ। ਠੀਕ ਆਕਸੀਜਨ ਤੋਂ ਯਾਨੀ ਕਿ ਸਾਨੂੰ ਮਾਲੂਮਾਤ ਹੋ ਜਾਂਦੀ ਹੈ ਮਛਲੀ ਪਰੇਸ਼ਾਨ ਹੈ। ਠੀਕ ਹੋ ਗਿਆ। ਤੇ ਅੱਛਾ ਅਗਰ ਕਿਸੇ ਨੂੰ ਬੱਚਾ ਚਾਹੀਦਾ ਹੋਵੇ ਤੇ ਜੀ, ਉਹ ਕਿ ਤੁਹਾਡੇ ਕੋਲ ਖਰੀਦ ਸਕਦਾ ਹੈ? ਸਾਡੇ ਕੋਲ ਹਰ ਕਿਸਮ ਦਾ ਬੱਚਾ ਪਿਆ ਜੀ। ਠੀਕ ਹੈ। ਜੀ ਤੇ ਮਤਲਬ ਤੁਹਾਡੇ ਕੋਲ ਅਗਰ ਕੋਈ ਰਾਬਤਾ ਕਰਨਾ ਚਾਹੇ ਤੇ ਉਹ ਤੁਹਾਡੇ ਨਾਲ ਰਾਬਤਾ ਕਰ ਸਕਦੇ ਨੇ ਕਿ ਮਛਲੀ ਦਾ ਬੱਚਾ ਅਗਰ ਕਿਸੇ ਨੂੰ ਚਾਹੀਦਾ, ਪਾਕਿਸਤਾਨ ਵਿੱਚ ਕਿਸੇ ਨੂੰ ਵੀ ਅਗਰ ਮਛਲੀ ਦਾ ਬੱਚਾ ਚਾਹੀਦਾ ਹੋਵੇ ਤੇ ਆਸਿਫ ਭਾਈ ਨਾਲ ਰਾਬਤਾ ਕਰ ਸਕਦੇ ਨੇ। ਆਸਿਫ ਭਾਈ ਦਾ ਨੰਬਰ ਅਸੀਂ ਵੀਡੀਓ 'ਚ ਦੇ ਦਾਂਗੇ। ਅੱਛਾ ਪਾਣੀ ਕਿੰਨੇ ਅਰਸੇ ਬਾਅਦ ਇਹ ਟਿਊਬਵੈੱਲ ਲੱਗਿਆ ਤੁਹਾਡਾ ਇਹ ਕਿੰਨੇ ਦਿਨਾਂ ਤੋਂ ਬਾਅਦ ਪਾਣੀ ਇਹਦੇ ਵਿੱਚ ਦੁਬਾਰਾ ਤੋਂ ਪਾਉਂਦੇ ਹੋ? ਇਹਦੇ ਜਿਹੜਾ ਹੈ ਨਾ ਜੀ ਹਰ ਤਕਰੀਬਨ ਦਿਨ ਜਿਹੜਾ ਹੈ ਨਾ ਨਿਕਲਦਾ ਹੈ ਨਾ ਸੁਬਹ 2 ਤੋਂ 3 ਘੰਟੇ ਹਰ ਤਲਾਬ ਵਿੱਚ ਪਾਣੀ ਪੈਂਦੇ ਆ। 2-3 ਘੰਟੇ ਤਾਜ਼ਾ ਪਾਣੀ 2-3 ਘੰਟੇ ਤਾਜ਼ਾ ਪਾਣੀ ਚ ਸੁਬਹ। ਇਹ ਕਿਸ ਤਰ੍ਹਾਂ ਪਤਾ ਚੱਲਦਾ ਹੈ ਕਿ ਮਛਲੀ ਦਾ ਸਾਈਜ਼ ਕਿੰਨਾ ਹੋ ਗਿਆ ਹੈ ਤੇ ਮਤਲਬ ਕਿਸ ਤਰ੍ਹਾਂ ਸਾਨੂੰ ਅੰਦਾਜ਼ਾ ਹੋਏਗਾ ਕਿ ਮਛਲੀ ਹੁਣ ਤਿਆਰ ਹੋ ਗਈ ਹੈ ਵਿਕਣ ਵਾਸਤੇ ਜਾਂ ਇਸ ਤਰ੍ਹਾਂ ਦੀ ਕੋਈ ਥੋੜੀ ਬਹੁਤ ਮਾਲੂਮਾਤ ਥੋੜਾ ਫਰਾਹਮ? ਮਛਲੀ ਦਾ ਪਤਾ ਲੱਗ ਜਾਂਦਾ ਹੈ ਦੀ ਹਰ 3 ਮਹੀਨੇ ਬਾਅਦ ਅਸੀਂ ਮਛਲੀ ਚੈੱਕ ਕਰਦੇ ਹਾਂ ਤੇ ਚੈੱਕ ਕਰਨ ਤੋਂ ਬਾਅਦ ਸਾਨੂੰ ਮਾਲੂਮਾਤ ਹੋ ਜਾਂਦੀ ਹੈ। 2-3 ਦਾਣੇ ਫੜਦੇ ਹਾਂ ਉਹ ਪਤਾ ਲੱਗ ਜਾਂਦਾ 3-5 ਕਿਲੋ 1.5 ਕਿਲੋ ਜਿਹੜਾ ਸਾਈਜ਼ ਹੁੰਦਾ ਸਾਨੂੰ ਮਾਲੂਮਾਤ ਅਸੀਂ ਲੈ ਲੈਂਦੇ ਹਾਂ ਮਛਲੀ। ਤੇ ਇਹ ਕਿੰਨੇ ਟਾਈਮ ਵਿੱਚ ਗਰੋਥ ਕਰਦੀ ਹੈ? ਮਤਲਬ ਅਗਰ ਅੱਜ ਅਸੀਂ ਮਛਲੀ ਦਾ ਬੱਚਾ ਪਾਉਂਦੇ ਹਾਂ ਤੇ ਉਸ ਨੂੰ ਕਿੰਨਾ ਟਾਈਮ ਲੱਗਦਾ ਹੈ ਕਿ ਉਹ ਤਿਆਰ ਹੋਣ 'ਚ ਕਿ ਉਹ ਕਿੰਨਾ ਇੱਕ ਟਾਈਮ ਉਸ ਨੂੰ ਦਰਕਾਰ ਹੁੰਦਾ ਹੈ? ਉਹਨੂੰ ਜਿਹੜਾ ਹੈ ਨਾ 6 ਮਹੀਨੇ ਸਾਡੇ ਕੋਲ ਛੋਟੀ ਨਰਸਰੀਆਂ ਨੇ 5-5 ਕਿੱਲੇ ਦੇ ਤਾਲਾਬ ਨੇ ਛੋਟੇ ਜੀ ਤੇ ਉਹਦੇ ਵਿੱਚ ਅਸੀਂ ਬੱਚਾ ਯਾਨੀ ਕਿ ਆਪ ਤਿਆਰ ਕਰਦੇ ਹਾਂ ਔਰ ਰੱਖਦੇ ਹਾਂ। ਉਹ ਸਾਡੇ ਕੋਲ ਹੋ ਜਾਂਦਾ ਅੱਧਾ ਕਿਲੋ ਪਾਈਆ 3 ਪਾ ਠੀਕ ਇਹ ਸਾਈਜ਼ ਹੋ ਜਾਂਦਾ
ਤੇ ਉਸ ਤੋਂ ਬਾਅਦ ਉਹ ਨਰਸਰੀ 'ਚ ਬੱਚਾ ਫੜ ਕੇ ਅਸੀਂ ਅੱਗਾਂ 'ਚ ਜਦੋਂ ਸ਼ਿਫਟ ਕਰਦੇ ਹਾਂ ਨਾ ਮੱਛਲੀ ਉਹ ਖੁਰਾਕ ਖਾਣ ਦੇ ਲਾਇਕ ਬੱਚਾ ਹੁੰਦਾ ਉਹ ਦਸਤੀ ਤਕਰੀਬਨ 3 ਮਹੀਨੇ ਦੇ ਵਿੱਚ 1.25 ਕਿਲੋ 1.5 ਕਿਲੋ ਕਰਾਸ ਹੋ ਜਾਂਦਾ। ਠੀਕ। ਤੇ ਬੱਚਾ ਕਿੰਨੇ ਸਾਈਜ਼ ਦਾ ਹੁੰਦਾ ਜਦੋਂ ਤੁਸੀਂ ਇਹ ਤਲਾਬ ਵਿੱਚ ਪਾਉਂਦੇ ਹੋ? ਬੱਚਾ ਕਮ ਤੋਂ ਕਮ ਜਿਹੜਾ ਹੈ ਨਾ 10-12 ਇੰਚ। ਅੱਛਾ, ਇਹ ਫਾਰਮ ਬਣਾਉਣ ਵਾਸਤੇ ਕਿੰਨਾ ਪੈਸਾ ਦਰਕਾਰ ਹੁੰਦਾ, ਕਿੰਨਾ ਬਜਟ, ਕਿਤਨੇ ਏਰੀਆ ਦਾ ਤੁਸੀਂ ਫਾਰਮ ਬਣਾ ਸਕਦੇ ਹੋ? ਇਹ ज़रा थोड़ा नाज़रीन दसो कि इतना पैसा दरकार होंदा है, इतने पैसे इतने एरिए दे विच इतने पैसे च असी ये फार्म बना सकते हैं। 5 ਏਕੜ ਦਾ ਤੁਸੀਂ ਤਲਾਬ ਬਣਾਉਂਦੇ ਹੋ ਨਾ ਜੀ जी। ਉਸ ਤੇ ਖਰਚਾ ਜਿਹੜਾ ਹੈ ਨਾ ਤਕਰੀਬਨ 4-4.5 ਲੱਖ ਰੁਪਏ ਖਰਚਾ ਆ ਜਾਂਦਾ ਹੈ ਉਸ ਤੇ। ठीक है। ਟੋਟਲ ਯਾਨੀ ਕਿ 6-7-8 ਮਹੀਨੇ ਮੱਛੀ ਰੱਖੀ ਹੈ ਤੇ 4.5-5 ਲੱਖ ਦੇ ਏੜ ਜਿਹੜਾ ਖਰਚਾ ਬਣ ਜਾਂਦਾ। ਉਹਦੇ 'ਚ ਖੁਰਾਕ ਵੀ ਸ਼ਾਮਿਲ ਹੁੰਦੀ ਹੈ, ਖੁਰਾਕ ਵੀ, ਪਾਣੀ ਵੀ, ਬੱਚਾ ਵੀ, ਸਾਰਾ ਕੁਝ ਵਿੱਚ ਸ਼ਾਮਿਲ ਹੁੰਦਾ ਹੈ। ਤੇ ਇਹ ਤਕਰੀਬਨ ਕਿੰਨਾ ਅਰਸਾ ਦਰਕਾਰ ਹੁੰਦਾ ਹੈ ਇਹਦੇ ਵਾਸਤੇ? 7-8 ਮਹੀਨੇ। 7-8 ਮਹੀਨੇ। ਅਗਰ ਅਸੀਂ 4-4.5 ਲੱਖ ਰੁਪਏ ਖਰਚਾ ਕਰਦੇ ਹਾਂ, ਫਾਰਮ ਬਣਾਉਂਦੇ ਹਾਂ, ਤੇ ਇਹ ਜਦੋਂ ਸਾਡੀ ਇਹ ਮੱਛਲੀ ਤਿਆਰ ਹੋ ਜਾਂਦੀ ਹੈ ਤੇ ਇਹ 4-4.5 ਲੱਖ ਦੇ ਵਿੱਚ ਇਹਦੇ ਪ੍ਰੋਫਿਟ ਕਿੰਨਾ ਹੈ? ਇਹਦੇ 'ਚ ਮੱਛਲੀ ਤੁਹਾਡੀ ਹੋ ਗਈ ਨੇ ਜੀ ਕਿਲੋ ਤੋਂ ਬਾਹਰ, ਯਾਨੀ ਕਿ ਕਿਲੋ ਕਰਾਸ, ਕਿਲੋ 1.5 ਕਿਲੋ ਸਾਈਜ਼, 2 ਕਿਲੋ ਸਾਈਜ਼ ਹੋ ਜਾਂਦਾ। 4.5 ਦਾ ਤੁਸੀਂ 14-15 ਲੱਖ ਰੁਪਏ ਯਾਨੀ ਕਿ ਨਾ, ਮਤਲਬ ਕਿ 4-4.5 ਲੱਖ ਰੁਪਏ ਅਗਰ ਅਸੀਂ ਖਰਚਾ ਕਰਦੇ ਹਾਂ ਤੇ ਉਹਦੇ ਨਾਲ ਅਸੀਂ ਉਹ ਸਾਡੀ ਇਨਕਮ ਹੁੰਦੀ ਹੈ 14-15 ਲੱਖ ਰੁਪਏ ਇਨਕਮ ਹੁੰਦੀ ਹੈ। ਮਤਲਬ ਤਕਰੀਬਨ 4-4.5 ਲੱਖ ਰੁਪਏ ਖਰਚਾ ਕਰਕੇ 8-10 ਲੱਖ ਰੁਪਏ ਤੁਸੀਂ ਪ੍ਰੋਫਿਟ ਇਹਦੇ ਤੋਂ ਕਮਾ ਸਕਦੇ ਹੋ। ਅੱਛਾ, ਇਹ ਜਿਹੜਾ ਪਾਣੀ ਹੈ ਇਹ ਕਿੰਨੇ ਅਰਸੇ ਬਾਅਦ ਤਬਦੀਲ ਕਰਨਾ ਚਾਹੀਦਾ ਸਾਨੂੰ? ਇਹ ਤਕਰੀਬਨ ਤੁਸੀਂ ਨਵਾਂ ਤਲਾਬ ਹੈ ਨਾ ਤੁਹਾਡਾ ਜੀ, ਤੇ ਪਹਿਲੀ ਤੋਂ ਦਫਾ ਤੁਸੀਂ ਪਾਇਆ ਨਵਾਂ ਤਲਾਬ ਹੈ, ਤਕਰੀਬਨ 2 ਸਾਲ ਤੁਸੀਂ ਉਹਦੇ 'ਚ ਮੱਛੀ ਪਾ ਸਕਦੇ ਹੋ, ਪਾਲ ਸਕਦੇ ਹੋ। 2 ਸਾਲ ਤੋਂ ਬਾਅਦ ਉਹਨੂੰ ਪਾਣੀ ਸੁਕਾ ਕੇ ਉਹਦੇ ਵਿੱਚ ਹਲ ਛਲ ਮਰਾ ਕੇ ਤੇ ਉਸ ਤੋਂ ਬਾਅਦ ਤੁਸੀਂ ਪਾਣੀ ਛੱਡ ਸਕਦੇ ਹੋ। अच्छा आसिफ भाई, एक और सवाल है कि अगर किसी बंदे को अपनी ज़मीन नहीं है जी तो फिर ਉਹਦਾ ਕੀ ਤਰੀਕਾਕਾਰ ਹੈ? ਮਤਲਬ ਕਿ ਕਿਰਾਏ ਤੇ ਵੀ ਜਗ੍ਹਾ ਮਿਲ ਜਾਂਦੀਆਂ ਨੇ ਕਿ ਅਸੀਂ ਕਿਰਾਏ ਤੇ ਲੈ ਕੇ ਤੇ ਉਹਦੇ ਵਿੱਚ ਅਸੀਂ ਫਾਰਮਿੰਗ ਕਰ ਸਕੀਏ, ਜਾਂ ਕਿਰਾਏ ਤੇ ਵੀ ਕੋਈ ਫਾਰਮ ਮਿਲ ਜਾਂਦੇ ਨੇ ਬਣੇ ਬਣਾਏ ਕਿ ਇਸ ਤਰ੍ਹਾਂ ਦਾ ਹੁਣ ਇੱਕ ਫਾਰਮ ਬਣਿਆ ਉਹਦੇ ਵਿੱਚ ਅਸੀਂ ਆਪਣੀ ਮਛਲੀ ਪਾ ਕੇ ਤੇ ਅਸੀਂ ਆਪਣਾ ਕਾਰੋਬਾਰ ਕਰ ਸਕਦੇ ਹਾਂ ਉਹਦੇ ਵਿੱਚ? ਜੀ ਬਣੇ ਬਣਾਏ ਤਲਾਬ ਜਿਹੜੇ ਨਾ ਜੀ ਲੱਭ ਜਾਂਦੇ ਨੇ, ਤਕਰੀਬਨ 40-50 ਹਜ਼ਾਰ ਰੁਪਏ ਕਿੱਲੇ ਦੇ ਏਕੜ ਦੇ ਹਿਸਾਬ ਨਾਲ ਨਾ ਜੀ ਤਲਾਬ ਲੱਭ ਜਾਂਦੇ ਨੇ। ਤੇ ਉਸ ਤੋਂ ਬਾਅਦ ਤੁਸੀਂ ਉਹ ਤਲਾਬ ਯਾਨੀ ਕਿ ਸਾਲ ਵਾਸਤੇ, 2 ਸਾਲ ਵਾਸਤੇ, ਜਿੰਨਾ ਤੁਹਾਡਾ ਪੀਰੀਅਡ ਹੈ ਉਸ ਵਾਸਤੇ ਤੁਸੀਂ ਰੱਖ ਸਕਦੇ ਹੋ। ਠੇਕੇ ਤੇ ਲੱਭ ਜਾਂਦੇ ਨੇ ਤਲਾਬ, ਬਣੇ ਬਣਾਏ ਵੀ ਲੱਭ ਜਾਂਦੇ ਨੇ। ਵੈਸੇ ਅਗਰ ਆਪਣੀ ਜ਼ਮੀਨ ਹੋਵੇ ਤਾਂ ਜ਼ਿਆਦਾ ਫਾਇਦਾ ਹੁੰਦਾ ਹੈ। ਆਪਣੀ ਜ਼ਮੀਨ ਦਾ ਜ਼ਿਆਦਾ ਫਾਇਦਾ ਹੈ, ਉਹ ਠੇਕਾ ਹੀ ਬਚ ਜਾਂਦਾ ਹੈ ਜੀ, ਤੇ ਉਹਦਾ ਜ਼ਿਆਦਾ ਫਾਇਦਾ ਹੈ। ਅੱਛਾ, ਅਗਰ ਕਿਸੇ ਮੇਰੇ ਭਾਈ ਨੂੰ ਫਿਸ਼ ਫਾਰਮਿੰਗ ਵਾਸਤੇ ਬੱਚੇ ਚਾਹੀਦੇ ਨੇ ਤੇ ਉਹ ਆਸਿਫ ਭਾਈ ਨਾਲ ਰਾਬਤਾ ਕਰ ਸਕਦੇ ਨੇ। ਇਹਨਾਂ ਕੋਲ ਹਰ ਕਿਸਮ ਦਾ, ਹਰ ਨਸਲ ਦਾ ਬੱਚਾ ਇਹਨਾਂ ਕੋਲ ਦਸਤਿਆਬ ਹੈ, ਹਰ ਸਾਈਜ਼ ਦਾ ਬੱਚਾ ਦਸਤਿਆਬ ਹੈ। ਇਹਨਾਂ ਨਾਲ ਰਾਬਤਾ ਕਰ ਸਕਦੇ ਨੇ, ਇਨਸ਼ਾਅੱਲਾ ਅੱਛੇ ਰੇਟ ਤੇ ਤੁਹਾਨੂੰ ਇਨਸ਼ਾਅੱਲਾ ਇਹ ਬੱਚਾ ਪ੍ਰੋਵਾਈਡ ਕਰਨਗੇ। ਤੇ ਆਸਿਫ ਭਾਈ, ਕੋਈ ਇਹਤਿਆਤੀ ਤਦਾਬੀਰ ਅਗਰ ਕੋਈ ਤੁਸੀਂ ਸਾਡੇ ਨਾਜ਼ਰੀਨ ਨੂੰ ਦੱਸ ਦਿਓ ਕਿ ਇਹ ਇਹਤਿਆਤੀ ਤਦਾਬੀਰ ਇਸਤੇਮਾਲ ਕਰੋ ਤਾਂ ਕਿ ਉਹਨਾਂ ਦੀ ਮਛਲੀ ਖਰਾਬ ਨਾ ਹੋਵੇ। ਇਹਤਿਆਤੀ ਤਦਾਬੀਰ ਦਾ ਮਕਸਦ ਇਹ ਹੈ ਜੀ, ਸਿਰਫ ਮਛਲੀ ਦਾ ਪਾਣੀ ਦਾ ਕਲਰ ਦਾ ਖਿਆਲ ਰੱਖਣਾ। ਕਲਰ ਗਹਿਰਾ ਨਹੀਂ ਹੋਣਾ ਚਾਹੀਦਾ। ਗਹਿਰੇ ਤੋਂ ਮੁਰਾਦ ਮਤਲਬ ਕਿਸ ਤਰ੍ਹਾਂ? ਥੋੜਾ ਜਿਹਾ ਵਾਜ਼ਿਹ ਕਰਕੇ ਥੋੜਾ ਜਿਹਾ। ਖੁਰਾਕ ਤੁਸੀਂ ਪੈਂਦੇ ਹੋ ਨਾ ਜੀ, ਖੁਰਾਕ ਦੀ ਵਜ੍ਹਾ ਤੋਂ ਪਾਣੀ ਸਬਜ਼ ਜ਼ਿਆਦਾ ਹੋ ਜਾਂਦਾ, ਉੱਤੇ ਕਾਈ ਜੰਮ ਜਾਂਦੀ ਹੈ, ਮੱਛੀ ਦੀ ਆਕਸੀਜਨ ਨੂੰ ਮਸਲਾ ਬਣਦਾ ਤੇ ਉਸ ਵਜ੍ਹਾ ਤੋਂ ਮਛਲੀ ਅਟੈਕ ਕਰ ਸਕਦੀ ਹੈ, ਸਾਰਾ ਫਾਰਮ ਮਰ ਸਕਦਾ। ਠੀਕ। ਇੱਕ ਸਵਾਲ ਹੋਰ ਹੈ ਆਸਿਫ ਭਾਈ ਕਿ ਕਿਹੜੀ ਨਸਲ ਦੀ ਮਛਲੀ ਪਾਣੀ ਚਾਹੀਦੀ ਹੈ? ਮਤਲਬ ਤੁਸੀਂ ਇੱਕ ਦਫਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਤੁਸੀਂ ਮੈਨੂੰ ਦੱਸਿਆ ਸੀ ਕਿ ਇੱਕ ਮਛਲੀ ਨੂੰ ਹਾਰਟ ਅਟੈਕ ਹੋ ਗਿਆ ਸੀ ਤੇ ਉਹ ਸਾਰੀ ਮਛਲੀ ਮੇਰੀ ਮਰ ਗਈ ਸੀ। ਤੇ ਉਹ ਤੁਸੀਂ ਥੋੜਾ ਜਿਹਾ ਦੱਸ ਦਿਓ ਕਿ ਇਸ ਨਸਲ ਦੀ ਮਛਲੀ ਨਹੀਂ ਪਾਣੀ ਚਾਹੀਦੀ, ਉਹ ਤੁਹਾਡਾ ਨੁਕਸਾਨ ਕਰ ਸਕਦੀ। ਉਹ ਮਛਲੀ ਜਿਹੜੀ ਹੈ ਜੀ, ਪਿਛਲੇ ਸਾਲ ਮੇਰੇ ਫਾਰਮ ਨੂੰ ਅਟੈਕ ਹੋਇਆ ਸੀ ਤੇ ਉਹ ਸਿਲਵਰ ਮਛਲੀ ਸੀ, ਉਹ ਜ਼ਿਆਦਾ ਪਾਈ ਸੀ ਖੁਰਾਕ ਉਸ ਨੂੰ। ਠੀਕ ਹੈ। ਤੇ ਉਹ ਜਿਹੜਾ ਨਾ ਆਕਸੀਜਨ ਬੰਦ ਹੋ ਗਈ ਸੀ, ਉਹ ਅਟੈਕ ਹੋਇਆ ਸੀ, ਮਰ ਗਈ ਸੀ। ਠੀਕ। ਤੇ ਸਿਲਵਰ ਮਛਲੀ ਬਹੁਤ ਕਮ ਪਾਣੀ ਚਾਹੀਦੀ ਹੈ। ਅੱਛਾ ਆਸਿਫ ਭਾਈ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ। ਤੇ ਦੋਸਤੋ, ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਤੇ ਮੈਂ ਤੁਹਾਨੂੰ ਮਸ਼ਵਰਾ ਦੇਵਾਂਗਾ ਕਿ ਫਿਸ਼ ਫਾਰਮਿੰਗ ਦਾ ਕਾਰੋਬਾਰ ਕਰੋ। ਇਹ ਮੁਨਾਫਾ ਬਖਸ਼ ਕਾਰੋਬਾਰ ਹੈ, ਇਹਦੇ ਵਿੱਚ ਨੁਕਸਾਨ ਕਮ ਹੈ। ਮੁਰਗੀ ਫਾਰਮਿੰਗ ਦੀ ਨਿਸਬਤ ਫਿਸ਼ ਫਾਰਮਿੰਗ ਦੇ ਵਿੱਚ ਜ਼ਿਆਦਾ ਮੁਨਾਫਾ ਹੈ। ਇਹਦੇ ਵਿੱਚ ਟਾਈਮ ਵੀ ਕਮ ਚਾਹੀਦਾ ਹੁੰਦਾ ਹੈ ਤੇ ਇਸ ਵਿੱਚ ਪ੍ਰੋਫਿਟ ਵੀ ਕਮ ਹੈ ਤੇ ਨੁਕਸਾਨ ਦਾ ਵੀ ਚਾਂਸਸ ਕਮ ਹੈ। ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ।